ਸੋਹਣ ਸਿੰਘ ਸੀਤਲ ਦੀ ਪੁਸਤਕ ਸਿੱਖ ਰਾਜ ਕਿਵੇਂ ਗਿਆ ਦਾ ਅਗਲਾ ਭਾਗ। ਲਾਰਡ ਗੱਫ ਨੇ 3 ਮੀਲ ਪਿੱਛੇ ਹਟ ਕੇ ਛਾਉਣੀ ਪਾਈ ਤੇ ਪਿੱਛੋਂ ਆਉਣ ਵਾਲੀਆਂ ਵੱਡੀਆਂ ਤੋਪਾਂ ਦੀ ਉਡੀਕ ਕਰਨ ਲੱਗਾ, ਜਿਨ੍ਹਾਂ ਵਿੱਚੋਂ ਕੁਝ 24 ਨਵੰਬਰ ਨੂੰ ਪਹੁੰਚ ਗਈਆਂ। ਸਿੱਖਾਂ ਉੱਤੇ ਹੱਲਾ ਕਰਨ ਵਾਸਤੇ ਗੱਫ ਨੇ ਇੱਕ ਨਵੀਂ ਵਿਉਂਤ ਸੋਚੀ। ਇੱਕ ਤਾਂ ਰਾਜਾ ਸ਼ੇਰ ਸਿੰਘ ਤੇ ਕੁਝ ਆਦਮੀ ਪੈਸੇ ਦੇ ਕੇ ਆਪਣੇ ਨਾਲ ਮਿਲਾ ਲਏ ਤੇ ਦੂਜੇ ਕੁਝ ਫੌਜ ਵਜ਼ੀਰਾਬਾਦ ਵੱਲੋਂ ਭੇਜੀ, ਜੋ ਦੂਰ ਤੋਂ ਚਨਾਹ ਪਾਰ ਕਰਕੇ ਪਿਛਲੇ ਪਾਸਿਓਂ ਸਿੱਖਾਂ ਉੱਤੇ ਹਮਲਾ ਕਰੇ। ਇਸ ਕੰਮ ਵਾਸਤੇ ਮੇਜਰ ਜਨਰਲ ਸਰ ਜੋਸਫ ਥੈਕੋਵੈਲ ਨੂੰ ਭੇਜਿਆ। ਉਹਨੇ 7000 ਫੌਜ, 30 ਜੰਗੀ ਤੋਪਾਂ, 2 ਵੱਡੀਆਂ ਭਾਰੀ ਤੋਪਾਂ ਸਣੇ 2 ਦਸੰਬਰ ਨੂੰ ਸਵੇਰੇ ਵਜ਼ੀਰਾਬਾਦ ਕੋਲੋਂ ਚਨਾਹ ਪਾਰ ਕੀਤਾ। ਇਸ ਚਲਾਕੀ ਦਾ ਰਾਜਾ ਸ਼ੇਰ ਸਿੰਘ ਨੂੰ ਵੀ ਪਤਾ ਲੱਗਿਆ। ਉਹ ਕੁਝ ਫੌਜ ਗੱਫ ਦੇ ਟਾਕਰੇ ਲਈ ਛੱਡ ਕੇ ਬਾਕੀ ਆਪ ਲੈ ਕੇ ਥਾਕਵੈਲ ਦੇ ਟਾਕਰੇ ਵਾਸਤੇ ਤੁਰਿਆ। ਸਿੱਖ ਫੌਜ ਵਿੱਚੋਂ ਹੀ ਕਿਸੇ ਅਸਵਾਰ ਨੇ ਵਿਸਾਖਘਾਤ ਕੀਤਾ ਤੇ ਸ਼ੇਰ ਸਿੰਘ ਦੀ ਚੜ੍ਹਾਈ ਦੀ ਖਬਰ ਗੱਫ ਤੇ ਥਾਕਵੈਲ ਨੂੰ ਜਾ ਦਿੱਤੀ। ਗੱਫ ਨੇ ਹੋਰ ਫੌਜ ਦੇ ਕੇ ਗੋਡਬੈਈ ਨੂੰ ਥਾਕਵੈਲ ਦੀ ਮਦਦ ਵਾਸਤੇ ਤੋਰ ਦਿੱਤਾ। ਉੱਧਰ ਰਾਜਾ ਸ਼ੇਰ ਸਿੰਘ ਦੇ ਆਉਣ ਦੀ ਖਬਰ ਸੁਣ ਕੇ ਥਾਕਵੈਲ ਡਰ ਗਿਆ ਤੇ ਫੌਜ ਲੈ ਕੇ ਉੱਧਰ ਨੂੰ ਮੁੜਿਆ, ਜਿੱਧਰੋਂ ਗੋਡਬੀ ਆ ਰਿਹਾ ਸੀ। ਸੈਦਲਾਪੁਰ ਕੋਲ ਰਾਜਾ ਸ਼ੇਰ ਸਿੰਘ ਨੇ ਥਾਕਵੈਲ ਨੂੰ ਜਾ ਘੇਰਿਆ। ਥਾਕਵੈਲ ਲੜਨਾ ਨਹੀਂ ਸੀ ਚਾਹੁੰਦਾ, ਸੋ ਫੌਜ ਨੂੰ ਪਾਸੇ-ਪਾਸੇ ਲੈ ਤੁਰਿਆ, ਪਰ ਰਾਜਾ ਸ਼ੇਰ ਸਿੰਘ ਇਸ ਸਮੇਂ ਨੂੰ ਕਦੇ ਹੱਥੋਂ ਜਾਣ ਦਿੰਦਾ ਸੀ। ਉਹਨੇ ਝੱਟ ਹੱਲਾ ਬੋਲ ਦਿੱਤਾ ਤੇ ਥਾਕਵੈਲ ਨੇ ਬੜੀ ਦਲੇਰੀ ਨਾਲ ਅੱਗੋਂ ਟਾਕਰਾ ਕੀਤਾ, ਪਰ ਸਿੱਖਾਂ ਦੀਆਂ ਤੋਪਾਂ ਸਾਹਮਣੇ ਕੋਈ ਪੇਸ਼ ਨਾ ਗਈ ਤੇ ਥਾਕਵੈਲ ਦੀ ਫੌਜ ਇੱਕ ਕਮਾਦ ਦੇ ਖੇਤ 'ਚ ਲੁਕ ਕੇ ਜਾਨ ਬਚਾਉਣ ਲੱਗੀ। ਪਰ ਸਿੱਖਾਂ ਦੇ ਭਾਰੀ ਹੱਲੇ ਨੇ ਇੱਥੇ ਵੀ ਨਾ ਟਿਕਣ ਦਿੱਤਾ। ਅੰਤ ਸੂਰਜ ਛਿਪ ਗਿਆ, ਲੜਾਈ ਬੰਦ ਹੋਈ। ਥਾਕਵੈਲ ਕਾਫੀ ਨੁਕਸਾਨ ਉਠਾ ਕੇ ਰਾਤੋਂ ਰਾਤ ਪਿੱਛੇ ਹਟ ਗਿਆ। ਰਾਜਾ ਸ਼ੇਰ ਸਿੰਘ ਨੇ ਵੀ ਵੈਰੀ ਦਾ ਪਿੱਛਾ ਕਰਨਾ ਠੀਕ ਨਾ ਸਮਝ ਕੇ ਆਪਣੀ ਫੌਜ ਲੈ ਕੇ ਦਰਿਆ ਜੇਹਲਮ ਵੱਲੇ ਕੂਚ ਕੀਤਾ। ਹੁਕਮ ਪਾ ਕੇ ਰਾਮਨਗਰ ਵਾਲੀ ਸਿੱਖ ਫੌਜ ਰਾਤੋਂ ਰਾਤ ਰਸੂਲ ਨੂੰ ਚਲੀ ਗਈ। ਰਾਮਨਗਰ ਤੇ ਸੈਦਲਾਪੁਰ ਦੀਆਂ ਲੜਾਈਆਂ ਦੇ ਨਤੀਜੇ ਵੇਖ ਕੇ ਅੰਗਰੇਜ਼ ਕਰਮਚਾਰੀ ਘਬਰਾ ਰਹੇ ਸਨ। ਰੈਜ਼ੀਡੈਂਟ ਦੇ ਲਾਹੌਰ ਦੇ 18 ਨਵੰਬਰ ਵਾਲੇ ਐਲਾਨ ਦੀ ਪ੍ਰੋੜਤਾ ਲਾਰਡ ਡਲਹੌਜ਼ੀ ਵੱਲੋਂ ਫਿਰ ਕੀਤੀ ਗਈ। 18 ਦਸੰਬਰ 1848 ਈਸਵੀ ਨੂੰ ਕੈਂਪ ਸਰਹੰਦ ਤੋਂ ਗਵਰਨਰ ਜਨਰਲ ਦੇ ਸਕੱਤਰ ਨੇ ਰੈਜ਼ੀਡੈਂਟ ਨੂੰ ਲਿਖਿਆ, ਗਵਰਨਰ ਜਨਰਲ ਤੇਰੇ ਇਸ ਐਲਾਨ ਦੇ ਪ੍ਰਕਾਸ਼ਿਤ ਕਰਨ ਨੂੰ ਬੜਾ ਪਸੰਦ ਕਰਦਾ ਕਿ ਸਰਕਾਰ ਅੰਗਰੇਜ਼ੀ ਦੀ ਇਹ ਇੱਛਾ ਨਹੀਂ ਹੈ ਕਿ ਉਹਨਾਂ ਬੇਗੁਨਾਹ ਲੋਕਾਂ ਨੂੰ, ਜਿਨ੍ਹਾਂ ਗੁਪਤ ਜਾਂ ਪ੍ਰਗਟ ਤੌਰ 'ਤੇ ਇਸ ਬਗਾਵਤ 'ਚ ਹਿੱਸਾ ਨਹੀਂ ਲਿਆ, ਜੋ ਮਹਾਰਾਜਾ ਦਲੀਪ ਸਿੰਘ ਦੀ ਹਕੂਮਤ ਦੇ ਅਧੀਨ ਆਗਿਆ ਕਰ ਰਹੇ ਹਨ, ਭਾਵੇਂ ਉਹ ਸਿੱਖ ਹੋਣ ਜਾਂ ਕਿਸੇ ਹੋਰ ਫਿਰਕੇ ਦੇ, ਕਿਸੇ ਕਿਸਮ ਦੀ ਸਜ਼ਾ ਦਿੱਤੀ ਜਾਵੇ। ਹਵਾਲਾ ਪੰਜਾਬ ਪੇਪਰਸ 1849। ਇਹਨਾਂ ਬਾਰ-ਬਾਰ ਦੇ ਐਲਾਨਾਂ ਤੋਂ ਹੀ ਪਤਾ ਲੱਗ ਸਕਦਾ ਹੈ ਕਿ ਅੰਗਰੇਜ਼ ਰਾਜਾ ਸ਼ੇਰ ਸਿੰਘ ਤੋਂ ਕਿੰਨੇ ਡਰੇ ਹੋਏ ਸੀ। ਸੈਦਲਪੁਰ ਦੀ ਲੜਾਈ ਪਿੱਛੋਂ ਗੱਫ ਲਸੂਰੀ ਪਿੰਡ ਕੋਲ ਦੇ ਰਾਜਾ ਸ਼ੇਰ ਸਿੰਘ ਰਸੂਲ ਕੋਲ ਬੈਠੇ ਰਹੇ। ਇਸ ਥਾਂ 'ਤੇ ਸਿੱਖਾਂ ਦਾ ਮੋਰਚਾ ਬੜਾ ਟਿਕਾਣੇ 'ਤੇ ਸੀ। ਇਹ ਸ਼ੇਰ ਸਿੰਘ ਦੀ ਚਾਤਰੀ ਦਾ ਸਬੂਤ ਹੈ। ਪਿਛਲੇ ਪਾਸੇ ਦਰਿਆ ਜੇਹਲਮ ਵਗਦਾ ਸੀ ਤੇ ਸਿੱਖ ਛਾਉਣੀ ਸਾਹਮਣੇ ਛੋਟਾ ਜਿਹਾ ਜੰਗਲ ਸੀ। ਸਿੱਖਾਂ ਦੀ ਪੱਕੀ ਛਾਉਣੀ ਰਸੂਲ ਸੀ। ਫੌਜਾਂ ਦੇ ਅੱਗੇ ਵਧੂ ਜੱਥੇ ਸੱਜੇ ਖੱਬੇ ਦਰਿਆ ਦੇ ਕੰਢੇ 7 ਮੀਲ ਲੰਮਾਣ ਤੇ 3 ਮੀਲ ਚੌੜਾਣ 'ਚ ਖਿਲਰੇ ਹੋਏ ਸਨ। 12 ਜਨਵਰੀ ਤੱਕ ਸ਼ੇਰ ਸਿੰਘ ਕੋਲ 23,000 ਫੌਜ ਹੋ ਗਈ ਸੀ। ਸਿੱਖਾਂ ਦਾ ਰਸਾਲਾ ਤਕੜਾ ਸੀ, ਪਰ ਪੈਦਲ ਦਲ ਬੜਾ ਕਮਜ਼ੋਰ ਸੀ। ਉੱਧਰ ਲਸੂਰੀ 'ਚ ਬੈਠਾ ਲਾਰਡ ਗੱਫ ਵੀ ਹਮਲੇ ਦੀ ਤਿਆਰੀ ਕਰ ਰਿਹਾ ਸੀ। ਉਹਦੇ ਕੋਲ ਲਾਹੌਰ ਦੀ ਫੌਜ ਸਣੇ 25,000 ਤੋਂ ਉੱਪਰ ਫੌਜ ਹੋ ਗਈ ਸੀ। 12 ਜਨਵਰੀ 1849 ਈਸਵੀ ਨੂੰ ਅੰਗਰੇਜ਼ੀ ਫੌਜ ਡਿੰਗੇ ਪੁੱਜ ਗਈ। ਇੱਥੋਂ ਸਿੱਖ ਫੌਜ 7 ਮੀਲ ਦੂਰ ਸੀ। ਗੱਫ ਨੇ ਆਪਣੀ ਫੌਜ ਨੂੰ 3 ਹਿੱਸਿਆਂ 'ਚ ਇਉਂ ਵੰਡਿਆ। ਪਹਿਲਾ ਰਸਾਲਾ ਜੋਸਫ ਥਾਕਵੈਲ, ਜਿਹਦੇ ਅਧੀਨ ਬ੍ਰਿਗੇਡੀਅਰ ਵਾਈਟ ਤੇ ਬ੍ਰਿਗੇਡੀਅਰ ਪੋਪ। ਦੂਜਾ ਪੈਦਲ ਮੇਜਰ ਜਨਰਲ ਸਰ ਵਾਲਟਰ ਗਿਲਬਰਟ, ਜਿਹਦੇ ਅਧੀਨ ਬਰੂ ਮੌਨਟੇਨ ਤੇ ਗੋਡਬੀ। ਬ੍ਰੀਕੋਲਨ ਕੈਂਪਬੈਲ, ਜਿਹਦੇ ਅਧੀਨ ਡਾਕਟਰ ਪੈਨੀਕੁਇਕ, ਬ੍ਰਿਗੇਡੀਅਰ ਪੈਨੀ, ਬ੍ਰਿਗੇਡੀਅਰ ਹੈਗਨ। ਇਸ ਤੋਂ ਵੱਖ ਤੋਪਖਾਨਾ ਬ੍ਰਿਗੇਡੀਅਰ ਟੈਨੈਂਟ ਦੇ ਅਧੀਨ ਸੀ ਤੇ ਕੁਝ ਲਾਹੌਰ ਦਰਬਾਰ ਦੀ ਫੌਜ ਸੀ। ਡਿੰਗੇ ਤੋਂ 13 ਜਨਵਰੀ 1849 ਈਸਵੀ ਨੂੰ ਤੜਕੇ 7 ਵਜੇ ਅੰਗਰੇਜ਼ੀ ਫੌਜ ਰਾਜਾ ਸ਼ੇਰ ਸਿੰਘ 'ਤੇ ਹਮਲਾ ਕਰਨ ਵਾਸਤੇ ਚੱਲੀ ਤੇ 12 ਵਜੇ ਚੇਲੀਆਂ ਵਾਲੀ ਪੁੱਜ ਗਈ। ਅੰਗਰੇਜ਼ ਮੰਜੀਆਂ ਵੱਲੋਂ ਚੇਲੀਆਂ ਵਾਲੀ ਪੁੱਜੇ ਸਨ ਤੇ ਇਸ ਪਿੰਡ ਦੇ ਦੋਹੀਂ ਪਾਸੇ ਇੱਕੋ ਜਿਹੇ ਖਿਲਰੇ ਸਨ। ਵਿਚਕਾਰ ਤੋਪਖਾਨਾ ਸੀ। ਸੱਜੇ ਹੱਥ ਨੰਬਰਵਾਰ ਮੌਨਟੇਨ, ਗਿਲਬਰਟ, ਗੋਡਬੀ, ਪੋਪ, ਲੇਨ ਆਦਿ ਸਨ। ਖੱਬੇ ਹੱਥ ਇਸੇ ਤਰ੍ਹਾਂ ਪੈਨੀਕੁਇਕ,
ਕੈਂਪਬਲ, ਹੌਗਨ, ਵਾਈਟ ਆਦਿ ਸਨ। ਗੱਫ ਅਜੇ ਸਾਰੀ ਫੌਜ ਨੂੰ ਠੀਕ ਕਰ ਰਿਹਾ ਸੀ ਜਾਂ ਸ਼ੇਰ ਸਿੰਘ ਨੇ ਹੱਲਾ ਬੋਲ ਦਿੱਤਾ। ਦੋਹੀਂ ਪਾਸੀ ਤੋਪਾਂ ਦਗਣੀਆਂ ਆਰੰਭ ਹੋ ਗਈਆਂ। 2 ਘੰਟੇ ਬਰਾਬਰ ਅੱਗ ਵਰਦੀ ਰਹੀ, ਪਰ ਕੋਈ ਪਾਸਾ ਵੀ ਨਿਉਂਦਾ ਨਾ ਦਿਸੇ। ਅੰਤ ਗੱਫ ਨੇ ਆਪਣੀ ਫੌਜ ਨੂੰ ਅੱਗੇ ਵਧਣ ਦਾ ਹੁਕਮ ਦਿੱਤਾ। ਸਭ ਤੋਂ ਪਹਿਲਾਂ ਕੈਂਪਬਲ ਦੀ ਫੌਜ ਨੇ ਸਿੱਖਾਂ ਦੇ ਤੋਪਖਾਨੇ 'ਤੇ ਹੱਲਾ ਕੀਤਾ, ਜਿਹਦੇ ਨਾਲ ਹੌਗਨ, ਪੈਨਿਕੁਇਕ, ਮੋਵਾਤ ਤੇ ਰਾਬਰਟਸਨ ਸਨ। ਇਸ ਫੌਜ 'ਚੋਂ ਕੈਂਪਬਲ ਨੂੰ ਕੁਝ ਸਫਲਤਾ ਹੋਈ। ਉਹ ਸਿੱਖਾਂ ਦੇ ਤੋਪਖਾਨੇ ਤੱਕ ਪੁੱਜ ਗਿਆ ਤੇ ਸਿੱਖਾਂ ਦੀਆਂ 4 ਤੋਪਾਂ ਖੋਹ ਲਈਆਂ, ਪਰ ਸਿੱਖਾਂ ਵੀ ਅੱਗੋਂ ਘੱਟ ਨਹੀਂ ਗੁਜ਼ਾਰੀ। ਬੜੀ ਬੀਰਤਾ ਨਾਲ ਟਾਕਰਾ ਕੀਤਾ। ਕੈਂਪਬਲ ਸਖਤ ਜ਼ਖਮੀ ਹੋਇਆ। ਉਹਦੇ ਸਾਥੀ ਜਰਨੈਲਾਂ ਦਾ ਬੁਰਾ ਹਾਲ ਹੋਇਆ। ਪੈਨਿਕੁਇਕ ਬਹੁਤ ਸਾਰੇ ਸਿਪਾਹੀਆਂ ਸਣੇ ਮਾਰਿਆ ਗਿਆ ਤੇ ਉਹਦੇ ਅੰਗਰੇਜ਼ੀ ਝੰਡੇ ਸਿੱਖਾਂ ਨੇ ਖੋਹ ਲਏ। ਸਮੁੱਚੇ ਤੌਰ 'ਤੇ ਇਸ ਹੱਲੇ 'ਚ ਅੰਗਰੇਜ਼ੀ ਫੌਜ ਦਾ ਬੜਾ ਨੁਕਸਾਨ ਹੋਇਆ। ਕਪਤਾਨ ਟਰੈਵਰਸ, ਲੈਫਟੀਨੈਂਟ ਲੁਟਮਾਨ ਨੇ ਹੱਲਾ ਕੀਤਾ। ਅੱਗੋਂ ਸਿੱਖਾਂ ਦੀਆਂ ਤੋਪਾਂ ਨੇ ਉਹਨਾਂ ਦਾ ਬਹੁਤ ਬੁਰਾ ਹਾਲ ਕੀਤਾ। ਟਰੈਵਰਸ ਮਾਰਿਆ ਗਿਆ। ਸਾਰੀ ਫੌਜ ਬੜਾ ਨੁਕਸਾਨ ਉਠਾ ਕੇ ਵਾਪਸ ਮੁੜੀ। ਇਸ ਹੱਲੇ 'ਚ ਅੰਗਰੇਜ਼ਾਂ ਦੇ 13 ਅਫਸਰ ਮਰੇ। 24 ਤੇ 25 ਨੰਬਰ ਰੈਜੀਮੈਂਟਾਂ ਹੱਲਾ ਕੀਤਾ, ਉਹਨਾਂ ਦਾ ਵੀ ਇਹੋ ਹਾਲ ਹੋਇਆ। 25ਵੀਂ ਰੈਜੀਮੈਂਟ ਦੇ 7 ਅਫਸਰ ਤੇ 105 ਸਿਪਾਹੀ ਮਰੇ ਤੇ 5 ਅਫਸਰ 97 ਸਿਪਾਹੀ ਜ਼ਖਮੀ ਹੋਏ। ਕਰਨਲ ਬਰੂਕ ਦਾ ਵੀ ਬਹੁਤ ਨੁਕਸਾਨ ਹੋਇਆ। ਕਪਤਾਨ ਯੂਨਿਟ ਤੇ ਕਪਤਾਨ ਵੀਟਲੇ ਨੇ ਹੱਲਾ ਕੀਤਾ ਤੇ ਬੁਰੀ ਤਰ੍ਹਾਂ ਭਾਂਜ ਕਰ ਲਈ। ਯੂਨਿਟ ਮਰ ਗਿਆ। ਅੱਗੇ ਗਿਨਬਰਡ ਦੀ ਫੌਜ ਦਾ ਹਾਲ ਸੁਣੋ। ਉਹਦੀ ਫੌਜ ਦਾ ਜਿਹੜਾ ਹਿੱਸਾ ਅੱਗੇ ਵਧ ਰਿਹਾ ਸੀ, ਸਿੱਖ ਪਾਸੇ ਤੋਂ ਉਸੇ ਉੱਤੇ ਆ ਪਏ ਤੇ ਮੇਜਰ ਕ੍ਰਿਸਟੀ ਮਾਰਿਆ ਗਿਆ। ਅੰਗਰੇਜ਼ਾਂ ਦੀਆਂ 4 ਤੋਪਾਂ, 2 ਛਕੜੇ ਸਮਾਨ ਤੇ 53 ਘੋੜੇ ਸਿੱਖਾਂ ਦੇ ਹੱਥ ਆਏ। ਅੰਗਰੇਜ਼ੀ ਫੌਜ ਬੁਰੀ ਤਰ੍ਹਾਂ ਮੈਦਾਨ 'ਚੋਂ ਨੱਸੀ। ਇਸ ਗਿਲਬਰਟ ਦੀ ਫੌਜ ਦੇ 11 ਅਫਸਰ, 157 ਸਿਪਾਹੀ ਮਰੇ ਤੇ 57 ਅਫਸਰ, 867 ਸਿਪਾਹੀ ਜ਼ਖਮੀ ਹੋਏ। ਆਖਰੀ ਹੱਲਾ ਪੋਪ ਨੇ ਕੀਤਾ। ਇਸ ਰਸਾਲੇ ਦੀਆਂ 4 ਰੈਜੀਮੈਂਟਾਂ ਸਨ, ਜਿਨ੍ਹਾਂ 'ਚੋਂ ਕੁਝ ਫੌਜ ਬਰਛੇ ਵਾਲੀ ਸੀ। ਸਿੱਖਾਂ ਨੇ ਬਰਛੇ ਢਾਲਾਂ ਉੱਤੇ ਰੋਕ ਕੇ ਆਪ ਤਲਵਾਰ ਨਾਲ ਵਾੜ ਧਰ ਲਈ। ਪੋਪ ਮਾਰਿਆ ਗਿਆ। ਸੁੰਨੀ ਫੌਜ ਪਿੱਛੇ ਨੱਠ ਗਈ। ਇਸ ਯੁੱਧ ਨੂੰ ਨੰਦ ਕੁਮਾਰ ਦੇਵ ਸ਼ਰਮਾ ਇਹਨਾਂ ਸ਼ਬਦਾਂ 'ਚ ਬਿਆਨ ਕਰਦਾ ਹੈ: ਸੈਨਾਪਤੀ ਤੋਂ ਸੁੰਨੀ ਅੰਗਰੇਜ਼ੀ ਫੌਜ ਭੱਜ ਉੱਠੀ। ਸਿੱਖਾਂ ਨੇ ਅੰਗਰੇਜ਼ੀ ਫੌਜ ਦਾ ਪਿੱਛਾ ਨਹੀਂ ਛੱਡਿਆ। ਅੰਗਰੇਜ਼ੀ ਫੌਜ ਦਾ ਜੇ ਕੋਈ ਆਦਮੀ ਮਿਲਿਆ, ਉਸੇ ਨੂੰ ਤਲਵਾਰ ਦੇ ਸਹਾਰੇ ਸਿੱਖਾਂ ਨੇ ਯਮਰਾਜ ਦੇ ਘਰ ਪਹੁੰਚਾ ਦਿੱਤਾ। ਅੰਗਰੇਜ਼ੀ ਫੌਜ ਦੇ ਫੱਟੜ, ਕਹਾਰ, ਡਾਕਟਰ ਆਦਿ ਸਭ ਸਿੱਖਾਂ ਦੇ ਪੈਰਾਂ ਥੱਲੇ ਦਲੇ ਗਏ। ਅੰਗਰੇਜ਼ੀ ਫੌਜ 'ਚ ਐਸੀ ਘਬਰਾਹਟ ਫੈਲੀ ਕਿ ਰਸਦ ਇੱਧਰ ਉੱਧਰ ਖਿਲਰ ਗਈ। ਉਹਨਾਂ ਨੂੰ ਆਪਣੀਆਂ ਤੋਪਾਂ ਦੀ ਸੁੱਧ ਬੁੱਧ ਨਾ ਰਹੀ। ਘੋੜਸਵਾਰਾਂ 'ਚ ਕਿਸੇ ਵੀ ਲਾਰਡ ਗੱਫ ਕੋਲ ਪੁੱਜਣ ਤੋਂ ਪਹਿਲਾਂ ਰਾਜ ਕਿਤੇ ਵੀ ਘੋੜੇ ਤੋਂ ਉਤਰਨਾ ਤੇ ਖਲੋਣਾ ਠੀਕ ਨਹੀਂ ਸਮਝਿਆ। ਮੇਜਰ ਕ੍ਰਿਸਟੀ ਤੋਪਾਂ ਲੈ ਕੇ ਭੱਜਿਆ, ਪਰ ਰਾਹ ਵਿੱਚ ਹੀ ਸਿੱਖਾਂ ਨੇ ਉਹਨੂੰ ਤੇ ਉਹਦੇ ਸਾਥੀਆਂ ਨੂੰ ਤਲਵਾਰ ਦੀ ਧਾਰ ਲੰਘਾ ਕੇ ਰਣਭੂਮੀ 'ਚ ਸੁਆ ਦਿੱਤਾ। ਤੋਪਾਂ ਖੋਹ ਕੇ ਸਿੱਖ ਅੱਗੇ ਵਧੇ। ਕਿੰਨੇ ਹੀ ਅੰਗਰੇਜ਼ਾਂ ਨੇ ਜੰਗਲ 'ਚ ਲੁੱਕ ਕੇ ਜਾਨ ਬਚਾਈ। ਗੋਲਅੰਦਾਜ਼ਾਂ ਦੀ ਰੱਖਿਆ ਵਾਸਤੇ ਕੁਝ ਅੰਗਰੇਜ਼ ਸੰਗੀਨਾਂ ਲੈ ਕੇ ਸਿੱਖਾਂ ਨੂੰ ਰੋਕਣ ਵਾਸਤੇ ਆਏ, ਪਰ ਹੱਥ ਦੀ ਸੰਗੀਨ ਹੱਥ ਵਿੱਚ ਹੀ ਲਈ ਸਦਾ ਵਾਸਤੇ ਰਣ ਸੇਜਾ ਤੇ ਸੌਂ ਗਏ। ਪ੍ਰਧਾਨ ਸੈਨਾਪਤੀ ਗੱਫ ਦਾ ਡੇਰਾ ਵੀ ਹੁਣ ਡਰ ਤੋਂ ਖਾਲੀ ਨਹੀਂ ਸੀ ਪ੍ਰਤੀਤ ਹੁੰਦਾ। ਸਿੱਖ ਜਿਸ ਤੇਜ਼ ਚਾਲ ਅੱਗੇ ਵਧ ਰਹੇ ਸਨ, ਉਸ ਤੋਂ ਡਰ ਕੇ ਅੰਗਰੇਜ਼ੀ ਫੌਜ ਦੇ ਕਈ ਯੋਧਿਆਂ ਨੇ ਲਾਰਡ ਗੱਫ ਨੂੰ ਵੀ ਭੱਜ ਜਾਣ ਦੀ ਸਲਾਹ ਦਿੱਤੀ। ਮੁੱਕਦੀ ਗੱਲ, ਇਸ ਯੁੱਧ ਵਿੱਚ ਹਰ ਪਾਸਿਓਂ ਗੱਫ ਨੂੰ ਨੁਕਸਾਨ ਉਠਾਉਣਾ ਪਿਆ। ਅੰਗਰੇਜ਼ ਸਿੱਖ ਫੌਜ ਪਾਸੋਂ ਬੁਰੀ ਤਰ੍ਹਾਂ ਹਾਰੇ। ਰਾਤ ਪੈ ਗਈ, ਲੜਾਈ ਬੰਦ ਹੋ ਗਈ। ਅੰਗਰੇਜ਼ੀ ਫੌਜ ਦੇ ਸਾਰੇ ਨੁਕਸਾਨ ਦਾ ਵੇਰਵਾ ਇਉਂ ਹੈ: 22 ਗੋਰੇ ਅਫਸਰ, 16 ਦੇਸੀ ਅਫਸਰ, 561 ਸਿਪਾਹੀ ਮਰੇ, 67 ਗੋਰੇ ਅਫਸਰ, 27 ਦੇਸੀ ਅਫਸਰ, 1547 ਸਿਪਾਹੀ ਜ਼ਖਮੀ ਹੋਏ, 98 ਆਦਮੀ ਗੁੰਮ ਹੋਏ। ਕੁੱਲ ਜੋੜ 2338 ਆਦਮੀ। ਅੰਗਰੇਜ਼ਾਂ ਦੀਆਂ ਕੁਝ ਤੋਪਾਂ, ਰਸਦ ਤੇ ਸਮਾਨ ਤੇ ਝੰਡੇ ਸਿੱਖਾਂ ਹੱਥ ਆਏ। ਕੁੱਲ ਤੋਪਾਂ 6 ਵੱਡੀਆਂ ਤੇ 12 ਛੋਟੀਆਂ ਸਿੱਖਾਂ ਹੱਥ ਆਈਆਂ। ਲੜਾਈ ਬੰਦ ਹੋਣ ਤੇ ਰਾਜਾ ਸ਼ੇਰ ਸਿੰਘ ਦੇ ਹੁਕਮ ਨਾਲ ਸਿੱਖਾਂ ਨੇ ਫਤਿਹ ਦੀ ਤੋਪ ਚਲਾਈ। ਇਹ ਗੱਲ ਗੱਫ ਤੋਂ ਸਹਾਰੀ ਨਾ ਗਈ। ਅਗੋਂ ਨੇ ਵੀ ਆਪਣੀ ਫਤਿਹ ਪ੍ਰਗਟ ਕਰਨ ਲਈ ਤੋਪ ਚਲਾਈ। ਸਭ ਕੁਝ ਜਾਣਦਿਆਂ ਹੋਇਆਂ ਲਾਰਡ ਡਲਹੌਜ਼ੀ ਵੀ ਅੰਗਰੇਜ਼ਾਂ ਦੀ ਫਤਿਹ ਦੱਸਣ ਬਦਲੇ ਹਿੰਦੁਸਤਾਨ ਦੇ ਕਈ ਤੋਪਖਾਨਿਆਂ 'ਚ ਤੋਪਾਂ ਦਾਗਣ ਦਾ ਹੁਕਮ ਦਿੱਤਾ। ਪਰ ਹੁਣ ਝਗੜਾ ਇਹ ਕਿ ਦੋਵਾਂ ਧਿਰਾਂ 'ਚੋਂ ਜਿੱਤਿਆ ਕੌਣ? ਜੇ ਕੁਝ ਯੁੱਧ 'ਚ ਹੋਇਆ ਉਹ ਆਪ ਪੜ੍ਹ ਚੁੱਕੇ ਹੋ। ਬਾਕੀ ਤਸੱਲੀ ਕਰਨ ਬਦਲੇ ਹੇਠਾਂ ਕੁਝ ਇਤਿਹਾਸਕਾਰਾਂ ਦੀਆਂ ਲਿਖਤਾਂ। ਠਾਕਵੈਲ ਲਿਖਦਾ ਹੈ: ਮੈਨੂੰ ਐਸਾ ਪ੍ਰਤੀਤ ਹੋਣ ਲੱਗਾ ਜਿਵੇਂ ਮੇਰੀ ਫੌਜ ਦਾ ਇੱਕ ਆਦਮੀ ਵੀ ਜਿਉਂਦਾ ਨਹੀਂ ਰਿਹਾ। ਫਿਰ ਲਿਖਦਾ, ਇੱਕ ਪੈਦਲ ਸਿੱਖ ਸਿਪਾਹੀ ਅੰਗਰੇਜ਼ੀ ਫੌਜ ਦੇ 3 ਘੋੜਸਵਾਰਾਂ ਨੂੰ ਵੱਢਦਾ ਸੀ। ਹਵਾਲਾ ਹੈ ਨੈਰੇਟਿਵ ਆਫ ਦਾ ਸੈਕੰਡ ਸਿੱਖ ਵਾਰ ਵਿੱਚੋਂ ਪੰਜਾਬ ਹਰਨ ਔਰ ਦਲੀਪ ਸਿੰਘ, ਪੰਨੇ 138 139। ਸਰ ਐਡਵਿਨ ਆਰਨੋਲਡ ਲਿਖਦਾ ਹੈ ਕਿ ਜੇ ਸਿੱਖ ਅੰਗਰੇਜ਼ਾਂ ਉੱਤੇ ਇਸੇ ਤਰ੍ਹਾਂ ਦੀ ਇੱਕ ਜਿੱਤ ਹੋਰ ਪ੍ਰਾਪਤ ਕਰ ਲੈਂਦੇ, ਪੰਜਾਬ ਵਿੱਚ ਹੀ ਨਹੀਂ ਸਾਰੇ ਹਿੰਦੁਸਤਾਨ ਵੱਲੋਂ ਹੀ
ਅੰਗਰੇਜ਼ਾਂ ਨੂੰ ਹੱਥ ਧੋਣੇ ਪੈਂਦੇ। ਅਨੇਕ ਫੌਜੀ ਅੰਗਰੇਜ਼ਾਂ ਨੇ ਇਹ ਗੱਲ ਸਾਫ਼ ਤੌਰ 'ਤੇ ਮੰਨੀ ਹੈ ਕਿ ਚੇਲੀਆਂ ਵਾਲੀ ਦਾ ਯੁੱਧ ਸਿੱਖਾਂ ਦੀ ਸ਼ਾਨ ਨੂੰ ਵਧਾਉਣ ਵਾਲਾ ਸੀ। 1849 ਈਸਵੀ ਦੇ ਕਲਕੱਤਾ ਰਿਵਿਊ ਦੇ ਪੰਨਾ 286 'ਤੇ ਲਿਖਿਆ ਹੈ ਕਿ ਭਾਰਤ ਵਿੱਚ ਅੰਗਰੇਜ਼ਾਂ ਦੇ ਜਿੰਨੇ ਯੁੱਧ ਹੋਏ ਉਹਨਾਂ 'ਚੋਂ ਚੇਲੀਆਂ ਵਾਲੀ ਦਾ ਉਹਨਾਂ ਵਾਸਤੇ ਅਤ ਭਿਆਨਕ ਹੈ। ਸਰ ਲੇਪਲ ਗ੍ਰਿਫਨ ਲਿਖਦਾ ਹੈ ਕਿ ਚੇਲੀਆਂ ਵਾਲੀ ਦਾ ਯੁੱਧ ਅੰਗਰੇਜ਼ਾਂ ਵਾਸਤੇ ਅਫਗਾਨਿਸਤਾਨ ਦੀ ਮਹਾ ਹੱਤਿਆ ਦੇ ਬਰਾਬਰ ਸੀ। ਮਾਸਟਰ ਕੇ ਲਿਖਦਾ ਹੈ ਕਿ ਚੇਲੀਆਂ ਵਾਲੇ ਯੁੱਧ ਵਿੱਚ ਅੰਗਰੇਜ਼ਾਂ ਦੀਆਂ ਤੋਪਾਂ ਸਿੱਖਾਂ ਦੇ ਹੱਥ ਆਈਆਂ। ਅੰਗਰੇਜ਼ੀ ਝੰਡੇ ਖਾਲਸੇ ਦੀ ਸ਼ਾਨ ਵਧਾ ਰਹੇ ਸਨ। ਅੰਗਰੇਜ਼ੀ ਘੋੜਸਵਾਰ ਫੌਜ ਸਿੱਖਾਂ ਤੋਂ ਹਾਰ ਕੇ ਆਪਣੇ ਪ੍ਰਾਣਾਂ ਦੇ ਡਰ ਤੋਂ ਭੇਡਾਂ ਵਾਂਗ ਨੱਸੀ ਸੀ। ਸ਼ਰਮਾ ਜੀ ਲਿਖਦੇ ਹਨ, ਮਹਾਰਾਜਪੁਰ ਦੇ ਯੁੱਧ ਵਿੱਚ ਅੰਗਰੇਜ਼ਾਂ ਨੇ ਜਿਹੜੇ ਝੰਡੇ ਮਰਹੱਟਿਆਂ ਕੋਲੋਂ ਖੋਏ, ਅਸਲ 'ਚ ਇਹ ਦਿਨ ਸਿੱਖਾਂ ਵਾਸਤੇ ਬੜੇ ਗੌਰਵ ਵਾਲਾ ਸੀ। ਪੈਨਿਨਸ਼ੂਲਾ ਯੁੱਧ ਵਿੱਚ ਜਿਸ ਰਸਾਲੇ ਨੇ ਮਹਾਂਵੀਰ ਨੈਪੋਲੀਅਨ ਨੂੰ ਹਰਾਇਆ ਸੀ, ਉਹ ਰਸਾਲਾ ਸਿੱਖਾਂ ਦੇ ਸਾਹਮਣੇ ਨਹੀਂ ਠਹਿਰ ਸਕਿਆ। ਪੈਨਿਨਸ਼ੂਲਾ ਯੁੱਧ ਦੀ ਜਿੱਤ ਦੀਆਂ ਨਿਸ਼ਾਨੀਆਂ ਝੰਡੇ ਜੋ ਅੰਗਰੇਜ਼ਾਂ ਕੋਲ ਸਨ, ਉਹ ਅੱਜ ਸਿੱਖਾਂ ਦੇ ਹੱਥ ਆਏ। ਹੁਣ ਤੁਸੀਂ ਆਪ ਫੈਸਲਾ ਕਰ ਲਓ ਕਿ ਇਸ ਯੁੱਧ 'ਚ ਕੌਣ ਜਿੱਤਿਆ, ਅੰਗਰੇਜ਼ ਜਾਂ ਸਿੱਖ। ਇਸ ਰਾਤ ਅੰਗਰੇਜ਼ ਬੜੀ ਡਾਵਾਂਡੋਲ ਹਾਲਤ ਵਿੱਚ ਸਨ। ਉਹਨਾਂ ਦਾ ਸਮਾਨ ਰਸਦ ਸਭ ਕੁਝ ਮੈਦਾਨ 'ਚ ਡੁੱਲਿਆ ਪਿਆ ਸੀ। ਸਿਪਾਹੀ ਪਾਣੀ ਖੁਣੋਂ ਤਿਹਾਏ ਤੜਪ ਰਹੇ ਸਨ। ਕੋਈ ਜਰਨੈਲ ਤੇ ਗੱਫ ਆਪ ਵੀ ਮੈਦਾਨ ਛੱਡ ਜਾਣ ਦੇ ਹੱਕ ਵਿੱਚ ਸੀ। ਅੰਤ ਉਹ ਮੋਰਚਾ ਛੱਡ ਕੇ 2 ਮੀਲ ਪਿੱਛੇ ਹਟ ਆਇਆ ਤੇ ਸਾਰੀ ਰਾਤ ਇਹੀ ਡਰ ਰਿਹਾ ਵੀ ਸਿੱਖ ਹੁਣ ਵੀ ਨਾ ਆ ਪੈਣ। ਇਸ ਲੜਾਈ ਦੇ ਸਮਾਚਾਰ ਸੁਣ ਕੇ ਵਲਾਇਤ ਵਿੱਚ ਕੁਰਲਾਹਟ ਮਚ ਗਈ। ਉੱਥੋਂ ਦੇ ਲੋਕ ਇੰਨੇ ਘਬਰਾਏ ਕਿ ਗੱਫ ਨੂੰ ਉਹਦੇ ਅਹੁਦੇ ਤੋਂ ਹਟਾ ਕੇ ਉਹਦੀ ਥਾਂ ਨੇਪੀਅਰ ਨੂੰ ਪ੍ਰਧਾਨ ਸੈਨਾਪਤੀ ਕਮਾਂਡਰ ਇਨ ਚੀਫ ਬਣਾ ਦਿੱਤਾ। ਪਰ ਨਵੇਂ ਸੈਨਾਪਤੀ ਦੇ ਅਹੁਦਾ ਸੰਭਾਲਣ ਤੋਂ ਪਹਿਲਾਂ ਹੀ ਗੁਜਰਾਤ ਵਿੱਚ ਸਿੱਖ ਹਾਰ ਗਏ, ਸੋ ਗੱਫ ਦੀ ਇੱਜ਼ਤ ਬਣੀ ਰਹਿ ਗਈ। ਹੁਣ ਸਿੱਖ ਰਸੂਲ ਵਿੱਚ ਤੇ ਅੰਗਰੇਜ਼ ਚੇਲੀਆਂ ਵਾਲੀ 'ਚ ਕਈ ਦਿਨ ਬੈਠੇ ਰਹੇ। ਕਈ ਲਿਖਾਰੀ ਸਵਾਲ ਕਰਦੇ ਹੈ ਕਿ ਚੇਲੀਆਂ ਵਾਲੀ 'ਚ ਜਿੱਤ ਪ੍ਰਾਪਤ ਕਰਕੇ ਰਾਜਾ ਸ਼ੇਰ ਸਿੰਘ ਇੰਨੇ ਦਿਨ ਕਿਉਂ ਚੁੱਪ ਕਰਕੇ ਬੈਠਾ ਰਿਹਾ, ਕਿਉਂਕਿ ਅੰਗਰੇਜ਼ਾਂ ਦੀ ਹਾਲਤ ਉਸ ਵੇਲੇ ਬੜੀ ਤਰਸਯੋਗ ਸੀ। ਜੇ ਸਿੱਖ ਅਗਲੇ ਦਿਨ ਅੰਗਰੇਜ਼ਾਂ ਉੱਤੇ ਹਮਲਾ ਕਰ ਦਿੰਦੇ ਤਾਂ ਜ਼ਰੂਰ ਜਿੱਤ ਪ੍ਰਾਪਤ ਕਰਦੇ। ਧੰਨਵਾਦ। ਚੱਲਦਾ।